ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਵਿੱਚ ਅਜਿਹਾ ਜਜ਼ਬਾ ਭਰਿਆ ਹੈ ਜਿਸ ਕਾਰਨ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਦਿਨੋ ਦਿਨ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਮੁਸ਼ਕਲ ਦੇ ਟਾਈਮ ਹਰ ਗਰੀਬ ਲੋਕਾਂ ਦੇ ਨਾਲ, ਮਜ਼ਲੂਮ ਦੇ ਨਾਲ ਖੜਦੇ ਹਨ। ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ, ਭਾਵੇਂ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਇੰਗਲੈਂਡ ਹੋਵੇ, ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਆਪਣੇ ਵੱਡੇ ਵੱਡੇ ਅਹੁਦੇ ਸੰਭਾਲ ਕੇ ਲੋਕਾਂ ਦੀ ਸੇਵਾ ਵੱਖਰੇ ਵੱਖਰੇ ਦੇਸ਼ਾਂ ਵਿੱਚ ਕੀਤੀ ਹੈ ਤੇ ਸਿੱਖਾਂ ਦਾ ਮਾਣ ਵਧਾਇਆ ਹੈ। ਔਰ ਪਿਛਲੇ ਦਿਨੀ ਸਕਾਟਲੈਂਡ ਵਿੱਚ ਇੱਕ ਸਿੱਖ ਬੀਬੀ ਨੇ ਸਕਾਟਲੈਂਡ ਪਾਰਲੀਮੈਂਟ ਵਿੱਚ MP ਦਾ ਅਹੁਦਾ ਸੰਭਾਲਿਆ ਹੈ, ਜੋ ਸਿੱਖਾਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਦੀ ਅੱਜ ਇੱਕ ਹੋਰ ਘਟਨਾ ਘਟੀ ਹੈ। ਜਿਵੇਂ ਕਿ ਤੁਸੀਂ ਪਹਿਲਾਂ ਸੁਣਿਆ ਹੋਵੇਗਾ ਕਿ ਕੋਈ 2-4 ਮਹੀਨੇ ਪਹਿਲਾਂ ਇੱਕ ਐਰੋਪਲੇਨ ਜੋ ਭਾਰਤ ਤੋਂ ਕੈਨੇਡਾ ਜਾ ਰਿਹਾ ਸੀ ਔਰ ਰਾਸਤੇ ਵਿੱਚ ਐਰੋਪਲੇਨ ਦੇ ਪਾਇਲਟ ਨੂੰ ਅਟੈਕ ਹੋ ਜਾਂਦਾ ਹੈ ਔਰ ਕਿਵੇਂ ਇੱਕ ਸਿੱਖ ਪੈਸੇਂਜਰ ਜਹਾਜ਼ ਨੂੰ ਚਲਾ ਕੇ ਲੋਕਾਂ ਦੀ ਜਾਨ ਬਚਾਉਂਦਾ ਹੈ ਔਰ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਬੜੀ ਹੀ ਵੱਡੀ ਘਟਨਾ ਹੋਰ ਘਟ ਚੁੱਕੀ ਹੈ ਔਰ ਇਹ ਘਟਨਾ ਬੜੀ ਵਿਲੱਖਣ ਹੈ। ਆਪਣੀ ਜਾਨ ਨੂੰ 99% ਡੇਂਜਰ ਵਿੱਚ ਪਾ ਕੇ ਇਸ ਸਿੱਖ ਨੇ ਘੱਟੋ ਘੱਟ 200 ਦੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਬਾਹਰ ਕੱਢਿਆ ਔਰ ਉਹਨਾਂ ਦੀ ਜਾਨ ਬਚਾਈ। ਜਿਸ ਤੇ ਕੈਨੇਡਾ ਦੇ 에ਅਰਲਾਈਨ ਵਿੱਚ ਜੋ ਘਟਨਾ ਘਟੀ ਔਰ ਇਹ ਘਟਨਾ ਦੁਬਈ ਦੇ ਵਿੱਚ ਹੋਈ ਸੀ ਔਰ ਦੁਬਈ ਦੇ ਸ਼ੇਖ ਨੇ ਉਸ ਸਿੱਖ ਨੂੰ ਬੜੇ ਹੀ ਸਨਮਾਨ ਦੇ ਕੇ ਉਹਨਾਂ ਦਾ ਮਾਣ ਵਧਾਇਆ। ਆਓ ਸਮਝਦੇ ਹਾਂ ਕਿ ਇਹ ਘਟਨਾ ਕਿਵੇਂ ਘਟੀ ਔਰ ਕਿਉਂ ਘਟੀ ਔਰ ਕਿਵੇਂ ਉਸ ਸਿੱਖ ਨੇ ਲੋਕਾਂ ਨੂੰ ਬਚਾਇਆ। ਇਹ ਨਿਊਜ਼ ਅਖਬਾਰ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਇਹ ਲਿਖਿਆ ਹੈ, ਦੁਬਈ ਵਿੱਚ ਇੱਕ ਭਿਆਨਕ ਕੈਨੇਡੀਅਨ ਜਹਾਜ਼ ਹਾਦਸੇ ਦੇ ਵਿੱਚ ਯਾਤਰੀਆਂ ਦੀ ਜਾਨ ਬਚਾਉਣ ਦੇ ਲਈ ਕੁਝ ਦਿਨ ਪਹਿਲਾਂ ਹੀ UAE ਵਿੱਚ ਇੱਕ ਸਿੱਖ ਇੰਜੀਨੀਅਰ ਨੂੰ ਕਥਿਤ ਤੌਰ ਤੇ ਸਨਮਾਨਿਤ ਕੀਤਾ ਗਿਆ। ਘਟਨਾ ਇਵੇਂ ਘਟੀ ਕਿ ਇੱਕ ਮੀਡੀਆ ਰਿਪੋਰਟਰ ਨੇ ਜਦੋਂ ਭਾਈ ਮਨਦੀਪ ਸਿੰਘ ਜੀ ਨੂੰ ਸਾਰੀ ਘਟਨਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਅਕਤੂਬਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਿਖੇ ਉਹਨਾਂ ਦੇ ਇਹ ਬਹਾਦਰੀ ਭਰੇ ਕੰਮ ਲਈ UAE ਵੱਲੋਂ ਕੈਨੇਡੀਅਨ ਰਾਜਦੂਤ ਆਰਿਫ ਲਾਲਾਨੀ ਦੁਆਰਾ ਬਹਾਦਰੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮਨਦੀਪ ਸਿੰਘ ਉਮਰ 32 ਸਾਲ ਔਰ 32 ਫਲਾਈ ਦੁਬਈ ਲਈ ਕੰਮ ਕਰਦਾ ਹੈ। ਮਨਦੀਪ ਸਿੰਘ ਕਹਿੰਦੇ ਹਨ ਕਿ ਮੈਂ ਇੱਕ ਕੈਨੇਡਾ ਦੇ ਵਿੱਚ ਭਾਰਤੀ IT ਕੰਪਨੀ ਅਤੇ ਇੱਕ ਕੈਨੇਡੀਅਨ ਹੈਲੀਕਾਪਟਰ ਕਾਰਪੋਰੇਸ਼ਨ ਨਾਲ ਇੱਕ ਪ੍ਰੋਜੈਕਟ ਦੇ ਕੰਮ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਉਸ ਜਗ੍ਹਾ ਤੇ ਸੀ ਔਰ ਸ਼ਾਮ ਨੂੰ ਅਸੀਂ ਦਫ਼ਤਰ ਤੋਂ ਜਦੋਂ ਕੰਮ ਕਰਕੇ ਬਾਹਰ ਆਏ, ਜਦੋਂ ਅਸੀਂ ਟ੍ਰੈਫਿਕ ਲਾਈਟ ਦੀ ਉਡੀਕ ਦੇ ਵਿੱਚ ਸੜਕ ਨੂੰ ਪਾਰ ਕਰਨ ਦੇ ਲਈ ਦੂਜੇ ਪਾਸੇ ਖੜੇ ਸਾਂ ਤਾਂ ਅਸੀਂ ਦੇਖਿਆ ਕਿ ਇੱਕ ਜਹਾਜ਼ ਬੜੀ ਹੀ ਤੇਜ਼ੀ ਦੇ ਨਾਲ ਸੜਕ ਦੇ ਦੂਜੇ ਪਾਸਿਓਂ ਦੀ ਸਾਡੇ ਤੋਂ 100 ਗਜ ਦੀ ਦੂਰੀ ਦੇ ਉੱਤੇ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਮੈਂ ਪਹਿਲਾਂ ਜਲਦੀ ਦੇ ਨਾਲ ਉਸ ਜਹਾਜ਼ ਦੇ ਵੱਲ ਭੱਜਿਆ ਕਿਉਂਕਿ ਅਜੇ ਤੱਕ ਜਹਾਜ਼ ਦੇ ਵਿੱਚ ਕੋਈ ਵੀ ਅੱਗ ਨਹੀਂ ਲੱਗੀ ਸੀ। ਅੱਗੇ ਉਹ ਮਨਦੀਪ ਸਿੰਘ ਜੀ ਦੱਸਦੇ ਹਨ, ਜਦੋਂ ਉਹ ਵੈਨਕੂਵਰ ਉਪਨਗਰ ਸ਼ਹਿਰ ਵਿੱਚ ਹਵਾਈ ਅੱਡੇ ਦੇ ਰਨਵੇ ਤੋਂ ਥੋੜੀ ਦੇਰ ਦੀ ਸੜਕ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਕੋਲ ਪਹੁੰਚਦੇ ਹਨ ਤਾਂ ਉਹ ਦੇਖਦੇ ਹਨ ਕਿ ਉੱਥੇ ਕੁਝ ਯਾਤਰੀ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਤੇ ਠੋਕਰਾਂ ਮਾਰਦੇ ਹਨ, ਕੁਝ ਜ਼ਖਮੀ ਹੋਏ ਹੁੰਦੇ ਹਨ ਔਰ ਲੋਕ ਹੈਲਪ ਦੇ ਲਈ ਆਵਾਜ਼ ਲਗਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਨਾਲ ਕੁਝ ਲੋਕ ਜੋ ਉੱਥੇ ਇਕੱਠੇ ਸਨ ਉਹਨਾਂ ਨੂੰ ਆਪਣੇ ਨਾਲ ਲਿਆ ਔਰ ਫਿਰ ਮੈਂ ਜਹਾਜ਼ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜਦੋਂ ਜਹਾਜ਼ ਕ੍ਰੈਸ਼ ਹੋਇਆ ਸੀ ਤਾਂ ਉਹ ਅੱਗ ਦੇ ਵਿੱਚ ਪੂਰੀ ਤਰ੍ਹਾਂ ਲਪੇਟ ਵਿੱਚ ਨਹੀਂ ਆਇਆ ਸੀ, ਬਲਕਿ ਜਹਾਜ਼ ਦਾ ਇੱਕ ਪਾਸਾ ਅੱਗ ਦੇ ਵਿੱਚ ਆਇਆ ਹੋਇਆ ਸੀ। ਅੱਗੇ ਉਹ ਕਹਿੰਦੇ ਹਨ ਕਿ ਜਦੋਂ ਮੈਂ ਜਹਾਜ਼ ਦੇ ਕਿਨਾਰੇ ਤੇ ਗਿਆ ਤਾਂ ਉੱਥੇ ਧੂਆਂ ਸੀ ਔਰ ਉਹਨਾਂ ਨੇ ਕਿਹਾ ਕਿ ਹਵਾ ਉਸ ਟਾਈਮ ਤੇਜ਼ ਚੱਲ ਰਹੀ ਸੀ, ਜਿਸ ਕਾਰਨ ਉਹ ਧੂਆਂ ਹਵਾ ਦੇ ਕਾਰਨ ਦੂਜੇ ਪਾਸੇ ਨੂੰ ਹੋ ਗਿਆ ਔਰ ਸਾਨੂੰ ਜਹਾਜ਼ ਦੇ ਵਿੱਚ ਐਂਟਰ ਹੋਣਾ ਸੌਖਾ ਹੋ ਗਿਆ। ਉਹਨਾਂ ਨੇ ਕਿਹਾ ਅਗਰ ਉਸ ਟਾਈਮ ਜਹਾਜ਼ ਵਿੱਚ ਪੂਰੀ ਤਰ੍ਹਾਂ ਅੱਗ ਲੱਗ ਜਾਂਦੀ ਜਾਂ ਹਵਾ ਨਾ ਵਗਦੀ ਤਾਂ ਉਸ ਏਰੀਏ ਵਿੱਚ ਅੱਗ ਲੱਗਣ ਦੇ ਕਾਰਨ ਸਾਡਾ ਜਹਾਜ਼ ਦੇ ਵਿੱਚ ਐਂਟਰ ਕਰਨਾ ਅਸੰਭਵ ਸੀ। ਭਾਈ ਮਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮੈਂ 에ਅਰਲਾਈਨ ਡੋਮੇਨ ਵਿੱਚ ਕੰਮ ਕਰਦਾ ਸੀ ਔਰ ਖਾਸ ਤੌਰ ਤੇ ਇੰਜੀਨੀਅਰ ਸੀ, ਜਿਸ ਕਾਰਨ ਮੈਂ ਇੰਧਨ ਔਰ ਜਹਾਜ਼ ਦੇ ਪੁਰਜਿਆਂ ਦੇ ਬਾਰੇ ਜਾਣੂ ਸੀ। ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੈਰਾਂ ਦੇ ਕੋਲ ਦੇਖਿਆ ਕਿ ਬਹੁਤ ਸਾਰਾ ਪੈਟਰੋਲ ਲੀਕ ਹੋ ਰਿਹਾ ਹੈ ਔਰ ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਫਿਲਮ ਦੇ ਵਿੱਚ ਹੋਵਾਂ, ਕਿਉਂਕਿ ਕਿਸੇ ਵੀ ਟਾਈਮ ਇੱਕ ਸਕਿੰਟ ਦੇ ਵਿੱਚ ਅਗਰ ਉਹ ਪੈਟਰੋਲ ਨੂੰ ਅੱਗ ਲੱਗ ਜਾਂਦੀ ਤਾਂ ਸਾਡਾ ਕੁਝ ਵੀ ਨਹੀਂ ਲੱਭਣਾ ਸੀ ਔਰ ਐਡਾ ਵੱਡਾ ਵਿਸਫੋਟ ਹੋਣਾ ਸੀ। ਔਰ ਮੈਂ ਆਪਣੇ ਮਨ ਵਿੱਚ ਹੀ ਵਾਹਿਗੁਰੂ ਨੂੰ ਅਰਦਾਸ ਕੀਤੀ ਔਰ ਲੋਕਾਂ ਨੂੰ ਬਚਾਉਣ ਦੇ ਲਈ ਅੱਗੇ ਵਧਿਆ। ਉਹਨਾਂ ਦੱਸਿਆ ਕਿ ਅਸੀਂ ਕੋਈ 7-8 ਲੋਕ ਹੈਲਪ ਕਰ ਰਹੇ ਸੀ ਜਹਾਜ਼ ਵਿੱਚ ਫਸੇ ਹੋਏ ਯਾਤਰੀਆਂ ਦੀ। ਯਾਤਰੀ ਬਹੁਤ ਹੀ ਮੁਸ਼ਕਲ ਨਾਲ ਜਾਣਯੋਗ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਦੁਰਘਟਨਾਗ੍ਰਸਤ ਸੀ, ਪਰ ਅਸੀਂ ਉਹਨਾਂ ਨੂੰ ਦਿਲਾਸਾ ਦਿੰਦੇ ਰਹੇ ਕਿਉਂਕਿ ਅਜੇ ਤੱਕ ਫਾਇਰ ਬ੍ਰਿਗੇਡ ਨੂੰ ਆਉਣ ਲਈ 10 ਮਿੰਟ ਦਾ ਟਾਈਮ ਲੱਗਣਾ ਸੀ। ਭਾਈ ਮਨਪ੍ਰੀਤ ਸਿੰਘ ਜੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਹਾਦਸੇ ਦੇ ਵਿੱਚ ਉਹ ਜਹਾਜ਼ ਫਟਿਆ ਨਹੀਂ, ਜਿੱਥੋਂ 2 ਪਾਇਲਟ ਦੀ ਗੰਭੀਰ ਰੂਪ ਵਿੱਚ ਸੜਨ ਦੇ ਕਾਰਨ ਮੌਤ ਹੋ ਗਈ, ਪਰ ਐਸੀ ਬਾਕੀ ਜੋ ਪੈਸੇਂਜਰ ਸਵਾਰੀਆਂ ਸਨ ਉਹਨਾਂ ਨੂੰ ਬਚਾ ਲਿਆ। ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਉਹਨਾਂ ਨੇ ਸਾਨੂੰ ਬਚਾ ਲਿਆ। ਅਗਰ ਉਹ ਜਹਾਜ਼ ਉਸ ਮੌਕੇ ਫਟ ਜਾਂਦਾ ਤਾਂ ਅਸੀਂ ਵੀ ਅੱਜ ਨਹੀਂ ਹੋਣਾ ਸੀ। ਇਸ ਤੋਂ ਬਾਅਦ ਉਹਨਾਂ ਦੀ ਇਸ ਬਹਾਦਰੀ ਦੇ ਲਈ ਕੈਨੇਡਾ ਔਰ UAE ਦੁਬਈ ਦੇ ਵੱਲੋਂ ਉਹਨਾਂ ਨੂੰ ਬੜਾ ਹੀ ਵੱਡਾ ਸਨਮਾਨ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਵਿੱਚ ਅਜਿਹਾ ਜਜ਼ਬਾ ਭਰਿਆ ਹੈ ਜਿਸ ਕਾਰਨ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਦਿਨੋ ਦਿਨ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਮੁਸ਼ਕਲ ਦੇ ਟਾਈਮ ਹਰ ਗਰੀਬ ਲੋਕਾਂ ਦੇ ਨਾਲ, ਮਜ਼ਲੂਮ ਦੇ ਨਾਲ ਖੜਦੇ ਹਨ। ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ, ਭਾਵੇਂ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਇੰਗਲੈਂਡ ਹੋਵੇ,
ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਆਪਣੇ ਵੱਡੇ ਵੱਡੇ ਅਹੁਦੇ ਸੰਭਾਲ ਕੇ ਲੋਕਾਂ ਦੀ ਸੇਵਾ ਵੱਖਰੇ ਵੱਖਰੇ ਦੇਸ਼ਾਂ ਵਿੱਚ ਕੀਤੀ ਹੈ ਤੇ ਸਿੱਖਾਂ ਦਾ ਮਾਣ ਵਧਾਇਆ ਹੈ। ਔਰ ਪਿਛਲੇ ਦਿਨੀ ਸਕਾਟਲੈਂਡ ਵਿੱਚ ਇੱਕ ਸਿੱਖ ਬੀਬੀ ਨੇ ਸਕਾਟਲੈਂਡ ਪਾਰਲੀਮੈਂਟ ਵਿੱਚ MP ਦਾ ਅਹੁਦਾ ਸੰਭਾਲਿਆ ਹੈ, ਜੋ ਸਿੱਖਾਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਦੀ ਅੱਜ ਇੱਕ ਹੋਰ ਘਟਨਾ ਘਟੀ ਹੈ। ਜਿਵੇਂ ਕਿ ਤੁਸੀਂ ਪਹਿਲਾਂ ਸੁਣਿਆ ਹੋਵੇਗਾ ਕਿ ਕੋਈ 2-4 ਮਹੀਨੇ ਪਹਿਲਾਂ ਇੱਕ ਐਰੋਪਲੇਨ ਜੋ ਭਾਰਤ ਤੋਂ ਕੈਨੇਡਾ ਜਾ ਰਿਹਾ ਸੀ ਔਰ ਰਾਸਤੇ ਵਿੱਚ ਐਰੋਪਲੇਨ ਦੇ ਪਾਇਲਟ ਨੂੰ ਅਟੈਕ ਹੋ ਜਾਂਦਾ ਹੈ ਔਰ ਕਿਵੇਂ ਇੱਕ ਸਿੱਖ ਪੈਸੇਂਜਰ ਜਹਾਜ਼ ਨੂੰ ਚਲਾ ਕੇ ਲੋਕਾਂ ਦੀ ਜਾਨ ਬਚਾਉਂਦਾ ਹੈ ਔਰ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਬੜੀ ਹੀ ਵੱਡੀ ਘਟਨਾ ਹੋਰ ਘਟ ਚੁੱਕੀ ਹੈ ਔਰ ਇਹ ਘਟਨਾ ਬੜੀ ਵਿਲੱਖਣ ਹੈ। ਆਪਣੀ ਜਾਨ ਨੂੰ 99% ਡੇਂਜਰ ਵਿੱਚ ਪਾ ਕੇ ਇਸ ਸਿੱਖ ਨੇ ਘੱਟੋ ਘੱਟ 200 ਦੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਬਾਹਰ ਕੱਢਿਆ ਔਰ ਉਹਨਾਂ ਦੀ ਜਾਨ ਬਚਾਈ। ਜਿਸ ਤੇ ਕੈਨੇਡਾ ਦੇ 에ਅਰਲਾਈਨ ਵਿੱਚ ਜੋ ਘਟਨਾ ਘਟੀ ਔਰ ਇਹ ਘਟਨਾ ਦੁਬਈ ਦੇ ਵਿੱਚ ਹੋਈ ਸੀ ਔਰ ਦੁਬਈ ਦੇ ਸ਼ੇਖ ਨੇ ਉਸ ਸਿੱਖ ਨੂੰ ਬੜੇ ਹੀ ਸਨਮਾਨ ਦੇ ਕੇ ਉਹਨਾਂ ਦਾ ਮਾਣ ਵਧਾਇਆ। ਆਓ ਸਮਝਦੇ ਹਾਂ ਕਿ ਇਹ ਘਟਨਾ ਕਿਵੇਂ ਘਟੀ ਔਰ ਕਿਉਂ ਘਟੀ ਔਰ ਕਿਵੇਂ ਉਸ ਸਿੱਖ ਨੇ ਲੋਕਾਂ ਨੂੰ ਬਚਾਇਆ। ਇਹ ਨਿਊਜ਼ ਅਖਬਾਰ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਇਹ ਲਿਖਿਆ ਹੈ, ਦੁਬਈ ਵਿੱਚ ਇੱਕ ਭਿਆਨਕ ਕੈਨੇਡੀਅਨ ਜਹਾਜ਼ ਹਾਦਸੇ ਦੇ ਵਿੱਚ ਯਾਤਰੀਆਂ ਦੀ ਜਾਨ ਬਚਾਉਣ ਦੇ ਲਈ ਕੁਝ ਦਿਨ ਪਹਿਲਾਂ ਹੀ UAE ਵਿੱਚ ਇੱਕ ਸਿੱਖ ਇੰਜੀਨੀਅਰ ਨੂੰ ਕਥਿਤ ਤੌਰ ਤੇ ਸਨਮਾਨਿਤ ਕੀਤਾ ਗਿਆ। ਘਟਨਾ ਇਵੇਂ ਘਟੀ ਕਿ ਇੱਕ ਮੀਡੀਆ ਰਿਪੋਰਟਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਵਿੱਚ ਅਜਿਹਾ ਜਜ਼ਬਾ ਭਰਿਆ ਹੈ, ਜਿਸ ਕਾਰਨ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਦਿਨੋ ਦਿਨ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਮੁਸ਼ਕਲ ਦੇ ਟਾਈਮ ਹਰ ਗਰੀਬ ਲੋਕਾਂ ਦੇ ਨਾਲ, ਮਜ਼ਲੂਮ ਦੇ ਨਾਲ ਖੜਦੇ ਹਨ। ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ, ਭਾਵੇਂ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਇੰਗਲੈਂਡ ਹੋਵੇ, ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਆਪਣੇ ਵੱਡੇ ਵੱਡੇ ਅਹੁਦੇ ਸੰਭਾਲ ਕੇ ਲੋਕਾਂ ਦੀ ਸੇਵਾ ਵੱਖਰੇ ਵੱਖਰੇ ਦੇਸ਼ਾਂ ਵਿੱਚ ਕੀਤੀ ਹੈ ਤੇ ਸਿੱਖਾਂ ਦਾ ਮਾਣ ਵਧਾਇਆ ਹੈ। ਔਰ ਪਿਛਲੇ ਦਿਨੀ ਸਕਾਟਲੈਂਡ ਵਿੱਚ ਇੱਕ ਸਿੱਖ ਬੀਬੀ ਨੇ ਸਕਾਟਲੈਂਡ ਪਾਰਲੀਮੈਂਟ ਵਿੱਚ MP ਦਾ ਅਹੁਦਾ ਸੰਭਾਲਿਆ ਹੈ, ਜੋ ਸਿੱਖਾਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਦੀ ਅੱਜ ਇੱਕ ਹੋਰ ਘਟਨਾ ਘਟੀ ਹੈ। ਜਿਵੇਂ ਕਿ ਤੁਸੀਂ ਪਹਿਲਾਂ ਸੁਣਿਆ ਹੋਵੇਗਾ ਕਿ ਕੋਈ 2-4 ਮਹੀਨੇ ਪਹਿਲਾਂ ਇੱਕ ਐਰੋਪਲੇਨ ਜੋ ਭਾਰਤ ਤੋਂ ਕੈਨੇਡਾ ਜਾ ਰਿਹਾ ਸੀ ਔਰ ਰਾਸਤੇ ਵਿੱਚ ਐਰੋਪਲੇਨ ਦੇ ਪਾਇਲਟ ਨੂੰ ਅਟੈਕ ਹੋ ਜਾਂਦਾ ਹੈ ਔਰ ਕਿਵੇਂ ਇੱਕ ਸਿੱਖ ਪੈਸੇਂਜਰ ਜਹਾਜ਼ ਨੂੰ ਚਲਾ ਕੇ ਲੋਕਾਂ ਦੀ ਜਾਨ ਬਚਾਉਂਦਾ ਹੈ ਔਰ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਬੜੀ ਹੀ ਵੱਡੀ ਘਟਨਾ ਹੋਰ ਘਟ ਚੁੱਕੀ ਹੈ ਔਰ ਇਹ ਘਟਨਾ ਬੜੀ ਵਿਲੱਖਣ ਹੈ। ਆਪਣੀ ਜਾਨ ਨੂੰ 99% ਡੇਂਜਰ ਵਿੱਚ ਪਾ ਕੇ ਇਸ ਸਿੱਖ ਨੇ ਘੱਟੋ ਘੱਟ 200 ਦੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਬਾਹਰ ਕੱਢਿਆ ਔਰ ਉਹਨਾਂ ਦੀ ਜਾਨ ਬਚਾਈ। ਜਿਸ ਤੇ ਕੈਨੇਡਾ ਦੇ 에ਅਰਲਾਈਨ ਵਿੱਚ ਜੋ ਘਟਨਾ ਘਟੀ ਔਰ ਇਹ ਘਟਨਾ ਦੁਬਈ ਦੇ ਵਿੱਚ ਹੋਈ ਸੀ ਔਰ ਦੁਬਈ ਦੇ ਸ਼ੇਖ ਨੇ ਉਸ ਸਿੱਖ ਨੂੰ ਬੜੇ ਹੀ ਸਨਮਾਨ ਦੇ ਕੇ ਉਹਨਾਂ ਦਾ ਮਾਣ ਵਧਾਇਆ। ਆਓ ਸਮਝਦੇ ਹਾਂ ਕਿ ਇਹ ਘਟਨਾ ਕਿਵੇਂ ਘਟੀ ਔਰ ਕਿਉਂ ਘਟੀ ਔਰ ਕਿਵੇਂ ਉਸ ਸਿੱਖ ਨੇ ਲੋਕਾਂ ਨੂੰ ਬਚਾਇਆ। ਇਹ ਨਿਊਜ਼ ਅਖਬਾਰ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਇਹ ਲਿਖਿਆ ਹੈ, ਦੁਬਈ ਵਿੱਚ ਇੱਕ ਭਿਆਨਕ ਕੈਨੇਡੀਅਨ ਜਹਾਜ਼ ਹਾਦਸੇ ਦੇ ਵਿੱਚ ਯਾਤਰੀਆਂ ਦੀ ਜਾਨ ਬਚਾਉਣ ਦੇ ਲਈ ਕੁਝ ਦਿਨ ਪਹਿਲਾਂ ਹੀ UAE ਵਿੱਚ ਇੱਕ ਸਿੱਖ ਇੰਜੀਨੀਅਰ ਨੂੰ ਕਥਿਤ ਤੌਰ ਤੇ ਸਨਮਾਨਿਤ ਕੀਤਾ ਗਿਆ। ਘਟਨਾ ਇਵੇਂ ਘਟੀ ਕਿ ਇੱਕ ਮੀਡੀਆ ਰਿਪੋਰਟਰ ਨੇ ਜਦੋਂ ਭਾਈ ਮਨਦੀਪ ਸਿੰਘ ਜੀ ਨੂੰ ਸਾਰੀ ਘਟਨਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਅਕਤੂਬਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਿਖੇ ਉਹਨਾਂ ਦੇ ਇਹ ਬਹਾਦਰੀ ਭਰੇ ਕੰਮ ਲਈ UAE ਵੱਲੋਂ ਕੈਨੇਡੀਅਨ ਰਾਜਦੂਤ ਆਰਿਫ ਲਾਲਾਨੀ ਦੁਆਰਾ ਬਹਾਦਰੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮਨਦੀਪ ਸਿੰਘ ਉਮਰ 32 ਸਾਲ ਔਰ 32 ਫਲਾਈ ਦੁਬਈ ਲਈ ਕੰਮ ਕਰਦਾ ਹੈ। ਮਨਦੀਪ ਸਿੰਘ ਕਹਿੰਦੇ ਹਨ ਕਿ ਮੈਂ ਇੱਕ ਕੈਨੇਡਾ ਦੇ ਵਿੱਚ ਭਾਰਤੀ IT ਕੰਪਨੀ ਅਤੇ ਇੱਕ ਕੈਨੇਡੀਅਨ ਹੈਲੀਕਾਪਟਰ ਕਾਰਪੋਰੇਸ਼ਨ ਨਾਲ ਇੱਕ ਪ੍ਰੋਜੈਕਟ ਦੇ ਕੰਮ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਉਸ ਜਗ੍ਹਾ ਤੇ ਸੀ ਔਰ ਸ਼ਾਮ ਨੂੰ ਅਸੀਂ ਦਫ਼ਤਰ ਤੋਂ ਜਦੋਂ ਕੰਮ ਕਰਕੇ ਬਾਹਰ ਆਏ, ਜਦੋਂ ਅਸੀਂ ਟ੍ਰੈਫਿਕ ਲਾਈਟ ਦੀ ਉਡੀਕ ਦੇ ਵਿੱਚ ਸੜਕ ਨੂੰ ਪਾਰ ਕਰਨ ਦੇ ਲਈ ਦੂਜੇ ਪਾਸੇ ਖੜੇ ਸਾਂ